ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀਆਂ ਸਿਰ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਨ। ਪਰਤਖ ਗੁਰੂ ਨਿਸਤਾਰੇ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਵਾਹਿਗੁਰੂ ਜੀ ਜੋ ਹਮ ਵਾਦੇ ਮੋਹ ਪਾਸ, ਹਮ ਪ੍ਰੇਮ ਬਦਨ ਤੁਮ ਬਾਦੇ। ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਜੋ ਹਮ ਬਾਦੇ ਮੋਹ ਪਾਸ, ਹਮ ਪ੍ਰੇਮ ਬਦਨ ਤੁਮ ਬਾਦੇ। ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਮਾਧਵੇ ਜਾਨਤ ਹੋ ਜੈਸੀ ਤੈਸੀ, ਅਬ ਕਹਾ ਕਰੋਗੇ ਐਸੀ। ਰਹਾਉ ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ। ਖੰਡ ਖੰਡ ਕਰ ਭੋਜਨ ਕੀਨੋ, ਤਉ ਨ ਵਿਸਰਿਓ ਪਾਨੀ। ਆਪਨ ਬਾਪੈ ਨਾਹੀ ਕਿਸੀ ਕੋ, ਪਾਵਨ ਕੋ ਹਰ ਰਾਜਾ। ਮੋਹ ਪਟਲ ਸਭ ਜਗਤ ਵਿਆਪਿਆ, ਭਗਤ ਨਹੀਂ ਸੰਤਾਪਾ। ਕਹਿ ਰਵਿਦਾਸ ਭਗਤ ਇਕ ਬਾਡੀ, ਅਵ ਇਹ ਕਾਸਿਓ ਕਹੀਐ। ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀਐ। ਕਹੇ ਰਵਿਦਾਸ ਭਗਤ ਇਕ ਬਾਡੀ, ਅਵ ਇਹ ਕਾਸਿਓ ਕਹੀਐ। ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀਐ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ। ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ। ਗੁਰੂ ਕੀ ਸਾਜੀ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ। ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ, ਸੇਵਾ ਸਿਮਰਨ ਕਰ, ਸਤਿਗੁਰਾਂ ਦੇ ਦਰ ਨਤਮਸਤਕ ਹੋ। ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧੰਨਤਾ ਦੇ ਜੋਗ ਚਾਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ, ਸ਼ਬਦ ਗੁਰੂ, ਗਿਆਨ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ। ਗੁਰੂ ਚਰਨਾਂ ਵਿੱਚ ਕਰੀਏ ਅਰਦਾਸ ਬੇਨਤੀ। ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ, ਗੁਰੂ ਸਾਹਿਬ ਤੋਂ ਨਾਮ ਬਾਣੀ ਦੀ ਮੰਗ ਰੱਖ ਕਰਕੇ ਸੁਰਤ ਸ਼ਬਦ ਨਾਲ ਜੁੜੇ। ਜੋ ਵੀ ਅਸੀਂ ਪੜ੍ਹੀਏ ਸੁਣੀਏ, ਸਾਡੇ ਜੀਵਨ ਦੇ ਵਿੱਚ ਕੰਮ ਆਵੇ, ਇਸ ਤਰ੍ਹਾਂ ਦੀ ਮਨਵਿਰਤੀ ਬਣਾ ਕਰਕੇ ਸੰਗਤ ਜੀ ਇਕਾਗਰ ਚਿੱਤ ਹੋ ਕੇ ਦੋਨੋਂ ਹੱਥ ਜੋੜਨੇ ਤੇ ਆਪਣੀ ਰਸਨਾ ਤੋਂ ਆਵਾਜ਼ ਦੇ ਕੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਗੁਰੂ ਸਾਹਿਬ ਦੀ ਬੇਅੰਤ ਕਿਰਪਾ ਹੈ ਜੋ ਅਸੀਂ ਪਾਵਨ ਬਾਣੀ ਨਿਤਨੇਮ ਦੇ ਜਾਪ ਸਰਵਣ ਕੀਤੇ, ਹੋਰ ਬੇਅੰਤ ਗੁਰਬਾਣੀਆਂ ਦੇ ਜਾਪ ਉਪਰੰਤ ਦਸਮ ਚਮਤਕਾਰ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਆਓ 10-15 ਕੁ ਮਿੰਟ ਦਾ ਸਮਾਂ ਆਪਾਂ ਗੁਰੂ ਚਰਨਾਂ ਦੇ ਵਿੱਚ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਦਿਆਂ ਬਿਤਾਈਏ। ਸਮੂਹ ਸੰਗਤ ਵੱਡੇ ਭਾਗਾਂ ਵਾਲੇ ਹੋ, ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਦਾ ਗੁਰੂ ਕੀ ਗੋਦ ਵਿੱਚ ਬਿਤਾਇਆ ਸਮਾਂ ਸਫਲਾ ਹੋਵੇ। ਸਤਿਗੁਰੂ ਜੀ ਸਾਡੇ ਸਾਰਿਆਂ ਦੇ ਸਿਰਾਂ 'ਤੇ ਮਿਹਰਾਂ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਸਿਮਰਨ ਵਾਲੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰਨ। ਸੋ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਅੰਗ 658 ਅੰਗ ਤੇ ਅੱਜ ਦੇ ਪਾਵਨ ਸ਼ਬਦ ਸੁਭਾਏਮਾਨ ਹਨ। 658 ਅੰਗ। ਪਾਵਨ ਰਾਗ ਸੋਰਠ ਰਾਗ ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ ਸ਼੍ਰੋਮਣੀ ਭਗਤ ਰਵਿਦਾਸ ਜੀਆਂ ਨੇ, ਜਿਨ੍ਹਾਂ ਦਾ ਜੀਵਨ ਬਹੁਤ ਹੀ ਉੱਚਾ ਤੇ ਸੁੱਚਾ, ਬੜੇ ਹੀ ਦੀਨ ਤੇ ਈਮਾਨ ਨਾਲ ਗੁਜ਼ਰਿਆ ਤੇ ਬੇਅੰਤ ਹੀ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੋੜਿਆ। ਭਗਤ ਜੀ ਦਾ ਬੜਾ ਠੰਡਾ ਮਿੱਠਾ ਸੁਭਾਅ ਸੀ ਤੇ ਭਗਤ ਜੀਆਂ ਦੇ ਪਾਸ ਜੋ ਵੀ ਆਉਂਦਾ
ਦਰਸ਼ਨ ਕਰਕੇ ਉਹਨਾਂ ਦਾ ਹੀ ਹੋ ਜਾਂਦਾ। ਅਤੇ ਭਗਤ ਜੀ ਦਾ ਸੁਭਾਅ ਇਸ ਤਰ੍ਹਾਂ ਦਾ ਸੀ, ਕਦੇ ਕਹਿੰਦੇ ਕਿਸੇ ਤੋਂ ਜੋੜੇ ਗੱਠ ਕੇ, ਕਿਸੇ ਦੇ ਪੈਰਾਂ ਵਿੱਚ ਜੋੜੇ ਪਵਾ ਕੇ ਪੈਸਾ ਨਹੀਂ ਸਨ ਮੰਗਦੇ। ਕੋਈ ਆਪਣੀ ਖੁਸ਼ੀ ਨਾਲ ਦਾਮੜੀ, ਧੇਲੀ, ਕੌਡੀ, ਅੱਧੀ ਕੌਡੀ ਜੋ ਵੀ ਦੇ ਜਾਣਾ, ਖੁਸ਼ੀ ਦੇ ਨਾਲ ਪ੍ਰਵਾਨ ਕਰ ਲੈਣਾ ਅਤੇ ਹਰ ਵੇਲੇ ਲਿਵ ਉਸ ਪਰਮਾਤਮਾ ਦੇ ਚਰਨਾਂ ਵਿੱਚ ਲੱਗੀ ਰਹਿਣੀ। ਉਹਦੇ ਗੁਣ ਗਾਉਂਦਿਆਂ ਆਪਣੇ ਜੀਵਨ ਦੇ ਮਿਲੇ ਹੋਏ 24,000 ਸਵਾਸ ਸਫਲੇ ਕਰਨੇ, 24 ਘੰਟੇ ਸਫਲੇ ਕਰਨੇ। ਤਾਂ ਸੰਗਤ ਜੀ, ਭਗਤ ਜੀਆਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਅਭਿਮਾਨੀਆਂ ਦਾ ਅਭਿਮਾਨ ਵੀ ਤੋੜਿਆ ਅਤੇ ਬਹੁਤ ਵੱਡੇ ਵੱਡੇ ਰਾਜੇ ਮਹਾਰਾਜੇ, ਵੱਡੇ ਵੱਡੇ ਬ੍ਰਾਹਮਣ ਪੰਡਿਤ ਅਖਵਾਉਣ ਵਾਲੇ ਵੀ ਭਗਤ ਜੀ ਦੇ ਚਰਨੀ ਆ ਪਏ। ਕਿਉਂ? ਆਪ ਜੀ ਨੇ ਇੱਕ ਇਹਨਾਂ ਦੇ ਬਾਬਤ ਕਥਾ ਸਰਵਣ ਕੀਤੀ ਹੈ। ਭਗਤ ਜੀ ਜੋੜੇ ਗੰਢਿਆ ਕਰਦੇ ਸਨ ਗੰਗਾ ਦੇ ਤੱਟ 'ਤੇ। ਕਹਿੰਦੇ ਇੱਕ ਬ੍ਰਾਹਮਣਾਂ ਦੀ ਟੋਲੀ ਕਹਿ ਲਓ ਵੀ, ਕਾਫੀ ਬ੍ਰਾਹਮਣ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਸਨ। ਇੱਕ ਬ੍ਰਾਹਮਣ ਦਾ ਜੋੜਾ ਟੁੱਟਿਆ। ਹੁਣ ਟੁੱਟੇ ਜੋੜੇ ਦੇ ਨਾਲ ਚੱਲਣਾ ਬੜਾ ਔਖਾ ਹੈ। ਕਿਸੇ ਨੂੰ ਪੁੱਛਿਆ ਵੀ ਤੁਹਾਡੇ ਕੋਈ ਇੱਥੇ ਨੇੜੇ ਜੋੜੇ ਗੰਢਣ ਵਾਲਾ ਹੈ? ਕਿਸੇ ਨੇ ਕਹਿ ਦਿੱਤਾ ਥੋੜ੍ਹਾ ਦੂਰ ਜਾ ਕੇ ਇੱਕ ਛਪਰੀ ਬਣਾ ਕੇ ਬੈਠਿਆ, ਆਪਣੇ ਆਪ ਨੂੰ ਅਖਵਾਉਂਦਾ ਤੇ ਭਗਤ ਹੈ, ਪਰ ਚੰਮ ਦਾ ਕੰਮ ਕਰਦਾ ਚਮਿਆਰ, ਤੁਹਾਡਾ ਜੋੜਾ ਜ਼ਰੂਰ ਗੰਢ ਦੇਵੇਗਾ। ਉਹਨਾਂ ਬ੍ਰਾਹਮਣਾਂ ਨੇ ਉਸ ਛੰਨ ਵਾਲੇ ਰਾਹ ਨੂੰ ਪਕੜ ਲਿਆ, ਕੁੱਲੀ ਵਾਲੇ ਰਾਹ, ਭਗਤ ਜੀ ਵਾਲੇ ਰਾਹ ਚੱਲ ਪਏ। ਅੱਗੇ ਭਗਤ ਜੀ ਨੇ ਉਹਨਾਂ ਨੂੰ ਵੇਖ ਕੇ ਜਿਉ ਆਇਆ ਸਤਿਕਾਰ ਕੀਤਾ। ਤਾਂ ਉਹਨਾਂ ਨੇ ਊਚ ਨੀਚ ਨੂੰ ਦੇਖਦਿਆਂ ਹੋਇਆਂ ਬ੍ਰਾਹਮਣਾਂ ਨੇ ਦੂਰੋਂ ਹੀ ਆਪਣੇ ਪੈਰ ਦਾ ਜੋੜਾ ਲਾਹ ਕੇ ਸੁੱਟ ਦਿੱਤਾ, ਭਾਵ ਭਗਤ ਜੀ ਦੇ ਨੇੜੇ ਵੀ ਨਾ ਹੋਏ। ਕਹਿਣ ਲੱਗੇ ਇਹ ਜੋੜਾ ਗੰਢ ਦੇ। ਭਗਤ ਜੀ ਨੇ ਪ੍ਰੇਮ ਦੇ ਨਾਲ ਜੋੜਾ ਤੇ ਗੰਢ ਦਿੱਤਾ। ਕਹਿਣ ਲੱਗੇ ਇਸ ਦਾ ਕੀ ਲਏਗਾ? ਜੋੜਾ ਤੂੰ ਗੱਠ ਦਿੱਤਾ ਹੈ, ਕੀ ਦਈਏ? ਭਗਤ ਜੀ ਕਹਿਣ ਲੱਗੇ ਵੀ ਲੈਣ ਦੇਣ ਦੀਆਂ ਗੱਲਾਂ ਬਾਅਦ ਵਿੱਚ, ਪਹਿਲਾਂ ਇਹ ਦੱਸੋ ਵੀ ਤੁਸੀਂ ਇਕੱਠੇ ਹੋ ਕੇ ਚੱਲੇ ਕਿੱਥੇ ਹੋ? ਕਹਿਣ ਲੱਗੇ ਅਸੀਂ ਗੰਗਾ 'ਤੇ ਇਸ਼ਨਾਨ ਕਰਨ ਜਾ ਰਹੇ ਹਾਂ। ਆਪਣੇ ਪਾਪ ਕੀਤੇ ਜੀਵਨ ਦੇ, ਜਾਣੇ ਅਣਜਾਣੇ ਹੋਈਆਂ ਭੁੱਲਾਂ, ਉਹਨਾਂ ਦਾ ਪ੍ਰਾਸ਼ਚਿਤ ਕਰਨ ਜਾ ਰਹੇ ਹਾਂ। ਭਗਤ ਜੀ ਕਹਿੰਦੇ ਫਿਰ ਕੋਈ ਭੇਟਾ ਦੇਣ ਨੂੰ ਰਹਿਣ ਦਿਓ, ਇੱਕ ਕੰਮ ਮੇਰਾ ਕਰ ਦਿਓ। ਇੱਕ ਮੇਰਾ ਕਸੀਰਾ ਗੰਗਾ ਤੱਕ ਪਹੁੰਚਾ ਦਿਓ। ਅਤੇ ਉਹ ਕਸੀਰਾ ਦੇਣਾ ਉਦੋਂ ਹੈ ਜਦੋਂ ਗੰਗਾ ਆਪਣਾ ਹੱਥ ਬਾਹਰ ਕੱਢ ਕੇ ਤੁਹਾਡੇ ਤੋਂ ਮੰਗ ਕਰੇ, ਫੜ ਲਵੇ। ਸੁੱਟ ਕੇ ਨਹੀਂ ਆਉਣਾ ਗੰਗਾ ਵਿੱਚ। ਹੁਣ ਜਦੋਂ ਇੱਕ ਬ੍ਰਾਹਮਣ ਫੜਨ ਲੱਗਿਆ ਭਗਤ ਜੀ ਤੋਂ, ਤੇ ਦੂਸਰੇ ਨੇ ਕਿਹਾ ਨਾ ਨਾ ਇਸ ਤਰ੍ਹਾਂ ਨਹੀਂ ਪਕੜਨਾ, ਪਹਿਲਾਂ ਗੰਗਾ ਜਲ ਦੇ ਨਾਲ ਇਹਨੂੰ ਪਵਿੱਤਰ ਕਰੋ। ਇੱਕ ਸ਼ੂਦਰ ਦੇ ਹੱਥ ਲੱਗੇ ਹੋਏ ਨੇ। ਸੰਗਤ ਜੀ, ਭਗਤ ਜੀ ਮਨ ਹੀ ਮਨ ਮੁਸਕਰਾਏ ਅਤੇ ਉਹਨਾਂ ਨੇ ਆਪਣਾ ਜੋ ਵੀ ਢੋਂਗ ਪਖੰਡ ਸੀ ਕੀਤਾ, ਛਿੱਟੇ ਮਾਰੇ, ਕੋਈ ਮੰਤਰ ਜੰਤਰ ਪੜ੍ਹੇ ਅਤੇ ਫਿਰ ਉਹ ਸਿੱਕਾ ਕਸੀਰਾ ਪਕੜਿਆ ਅਤੇ ਗੰਗਾ ਕਿਨਾਰੇ ਜਾ ਪਹੁੰਚੇ। ਆਪ ਇਸ਼ਨਾਨ ਪਾਨ ਕਰ ਲਿਆ, ਉੱਥੋਂ ਚੱਲ ਪਏ। ਜਿਹੜੇ ਪੰਡਿਤ ਨੂੰ ਕਸੀਰਾ ਫੜਾਇਆ ਸੀ ਨਾ, ਉਸ ਦੇ ਧਿਆਨ ਵਿੱਚ ਆਇਆ ਵੀ ਉਸ ਚੰਮ ਦਾ ਕੰਮ ਕਰਨ ਵਾਲੇ ਚਮਿਆਰ ਰਵਿਦਾਸ ਨੇ ਆਪਾਂ ਨੂੰ ਇੱਕ ਕਸੀਰਾ ਦਿੱਤਾ ਸੀ ਜੋ ਗੰਗਾ ਦੀ ਭੇਟ ਕਰਨਾ ਸੀ, ਅਤੇ ਉਹ ਤੇ ਆਪਾਂ ਭੁੱਲ ਹੀ ਗਏ। ਦੂਸਰੇ ਨਾਲ ਦੇ ਬ੍ਰਾਹਮਣਾਂ ਨੂੰ ਕਹਿਣ ਲੱਗਾ ਤੁਸੀਂ ਇੱਥੇ ਰੁਕੋ, ਮੈਂ ਸੱਚਾ ਹੋ ਆਵਾਂ,
ਗੰਗਾ ਕਿੱਥੇ ਵਿਹਲੀ ਬੈਠੀ ਹੈ ਜਿਹੜੇ ਇਹਦਾ ਕਸੀਰਾ ਬਾਹਰ ਕੱਢ ਕੇ ਪਕੜੇਗੀ, ਤੇ ਮੈਂ ਥੋੜ੍ਹਾ ਸੱਚਾ ਤੇ ਹੋਇਆ ਮਾਂ। ਚਲਾ ਗਿਆ, ਜਾ ਕੇ ਕਹਿਣ ਲੱਗਾ ਕੋਈ ਤੇਰਾ ਭਗਤ ਅਖਵਾਉਂਦਾ ਹੈ, ਚੰਮ ਦਾ ਕੰਮ ਕਰਨ ਵਾਲਾ ਚਮਿਆਰ। ਉਹਨੇ ਇੱਕ ਕਸੀਰਾ ਆਪਣੀ ਮਿਹਨਤ ਵਿੱਚੋਂ ਭੇਜਿਆ ਅਤੇ ਉਹਨੇ ਨਾਲ ਇਹ ਵੀ ਕਿਹਾ ਵੀ ਜੇ ਗੰਗਾ ਹੱਥ ਬਾਹਰ ਕੱਢ ਕੇ ਕਸੀਰਾ ਲਏ ਤਾਂ ਦੇਣਾ, ਨਹੀਂ ਦੇਣਾ। ਤਾਂ ਸੰਗਤ ਜੀ ਇੱਕ ਆਵਾਜ਼ ਦਿੱਤੀ, ਕੋਈ ਰਿਸਪੌਂਸ ਨਹੀਂ ਮਿਲਿਆ, ਕੋਈ ਅੱਗੋਂ ਜਵਾਬ ਨਹੀਂ। ਪੰਡਤ ਜੀ ਨੇ ਦੂਸਰੀ ਆਵਾਜ਼ ਫੇਰ ਦਿੱਤੀ, ਕੋਈ ਅੱਗੋਂ ਜਵਾਬ ਨਹੀਂ। ਪੰਡਤ ਜੀ ਚੱਲਣ ਲੱਗੇ ਤੇ ਪਿੱਛੋਂ ਆਵਾਜ਼ ਆਈ, ਪੰਡਤ ਜੀ ਰੁਕੋ, ਮੇਰੇ ਪੁੱਤਰ ਦਾ ਭੇਜਿਆ ਹੋਇਆ ਦਾਨ, ਭੇਜੀ ਹੋਈ ਭੇਟਾ ਮੈਨੂੰ ਦੇ ਕੇ ਜਾਓ। ਤੇ ਪੰਡਤ ਜੀ ਹੈਰਾਨ ਹੋਏ। ਗੰਗਾ ਨੇ ਹੱਥ ਕੱਢ ਕੇ ਉਹ ਕਸੀਰਾ ਤੇ ਲੈ ਲਿਆ, ਫਿਰ ਨਾਲ ਇਹ ਵੀ ਆਖਿਆ ਰੁਕ ਜਾਓ, ਇਹ ਕੰਗਣ ਮੇਰੇ ਵੱਲੋਂ ਲੈ ਜਾਓ, ਜਾ ਕੇ ਭਗਤ ਜੀ ਨੂੰ ਦੇ ਦੇਣੇ। ਤਾਂ ਸੰਗਤ ਜੀ ਕੰਗਣ ਬੜੇ ਸੋਹਣੇ, ਇੱਕ ਕੰਗਣ ਬੜਾ ਹੀ ਸੋਹਣਾ, ਜਿਹਦੀ ਘਾੜਤ ਦੁਨਿਆਵੀ ਸੁਨਿਆਰੇ ਨਹੀਂ ਘੜ ਸਕਦੇ ਸੀ, ਇਸ ਤਰ੍ਹਾਂ ਦਾ ਉਸ ਬ੍ਰਾਹਮਣ ਦੇ ਹੱਥ ਵਿੱਚ ਕੰਗਣ ਦੇ ਦਿੱਤਾ। ਤੇ ਧਨ ਹੈ ਜਿਹੜਾ ਵੱਡੇ ਵੱਡਿਆਂ ਦੀ ਮੱਤ ਬਦਲਾ ਦਿੰਦਾ। ਹਾਂ, ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਉਹ ਗੱਲ ਵੱਖਰੀ ਹੈ, ਪਰ ਜਿਹਨੂੰ ਮੌਕਾ ਮਿਲਿਆ ਬਖਸ਼ੇ ਕਿਸੇ ਨੇ ਨਹੀਂ। ਧਨ ਚੀਜ਼ ਹੀ ਐਸੀ ਹੈ। ਤਾਂ ਉਸ ਬ੍ਰਾਹਮਣ ਦੀ ਨੀਤ ਫਿੱਟ ਗਈ, ਬੇਈਮਾਨ ਹੋ ਗਿਆ। ਉਹਨੇ ਨਾਲਦਿਆਂ ਨੂੰ ਵੀ ਨਹੀਂ ਦੱਸਿਆ ਵੀ ਮੈਨੂੰ ਕੀ ਦਿੱਤਾ ਗੰਗਾ ਨੇ ਹੱਥ ਕੱਢ ਕਸੀਰਾ ਲਿਆ ਜਾਂ ਨਹੀਂ ਲਿਆ। ਹੋਰ ਹੀ ਗੱਲਾਂ ਬਾਤਾਂ ਵਿੱਚ ਟਾਲ ਮਟੋਲੇ ਕਰਕੇ ਉਹਨਾਂ ਦੇ ਨਾਲੋਂ ਵੱਖਰਾ ਹੋ ਗਿਆ ਵੀ ਮੈਂ ਇਸ ਰਸਤੇ ਨਹੀਂ ਜਾਣਾ, ਤੁਸੀਂ ਇਸ ਰਸਤੇ ਜਾਓ। ਰਾਹ ਆਪਣਾ ਵੱਖਰਾ ਕਰ ਲਿਆ। ਤਾਂ ਸੰਗਤ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਗੁੱਝੀਆਂ ਨਹੀਂ ਰਹਿੰਦੀਆਂ। ਕਿਉਂ? ਜਿਹੜਾ ਕੰਗਣ ਸੀ ਉਹ ਕਹਿ ਲਓ ਵੀ ਇੱਕ ਔਰਤ ਦੇ ਹੱਥ ਵਿੱਚ ਪਾਉਣ ਵਾਲਾ ਸੀ। ਪੰਡਤ ਜੀ ਨੇ ਬੜੀ ਖੁਸ਼ੀ ਦੇ ਨਾਲ ਲਿਆ ਕੇ ਆਪਣੀ ਪੰਡਤਾਣੀ ਨੂੰ ਕਿਹਾ, ਦੇਖ ਤੇਰੇ ਵਾਸਤੇ ਮੈਂ ਬਹੁਤ ਸੋਹਣੀ ਚੀਜ਼ ਲੈ ਕੇ ਆਇਆ ਐਤਕੀ ਮੇਲੇ ਤੋਂ। ਤਾਂ ਪੰਡਤਾਣੀ ਬੜੀ ਖੁਸ਼ ਹੋਈ, ਹੱਥ ਦੇ ਵਿੱਚ ਕੰਗਣ ਪਾਇਆ, ਤੇ ਹੁਣ ਆਂਢ ਗੁਆਂਢ ਦੇ ਵਿੱਚ ਚਰਚਾ ਛਿੜ ਗਈ ਵੀ ਪੰਡਤਾਣੀ ਦੇ ਜੋ ਕੰਗਣ ਪਾਇਆ ਬਹੁਤ ਹੀ ਸੋਹਣਾ ਹੈ, ਹੀਰੇ ਜੜਤ ਹੈ, ਬਹੁਤ ਹੀ ਮਹਿੰਗਾ ਕੰਗਣ ਹੈ, ਕਿੱਥੋਂ ਲਿਆਂਦਾ ਹੋਇਆ। ਇਸ ਗੱਲ ਦੀ ਖਬਰ ਹੌਲੀ ਹੌਲੀ ਰਾਜੇ ਦੇ ਮਹਿਲ ਤੱਕ ਪਹੁੰਚ ਗਈ। ਰਾਜੇ ਦੇ ਮਹਿਲ ਵਿੱਚ ਖਬਰ ਪਹੁੰਚਦਿਆਂ ਰਾਜੇ ਨੇ ਬ੍ਰਾਹਮਣ ਜੀ ਨੂੰ ਸੱਦ ਲਿਆ ਵੀ ਆਓ, ਉਹ ਕੰਗਣ ਸਾਨੂੰ ਚਾਹੀਦਾ। ਹੁਣ ਕੰਗਣ ਸਾਨੂੰ ਚਾਹੀਦਾ, ਰਾਜਾ ਪੰਡਤ ਜੀ ਇੱਥੇ ਕਸੂਤੇ ਫਸ ਗਏ। ਕੰਗਣ ਇੱਕ ਆ ਦੇ ਬੈਠੇ, ਹੁਣ ਬਾਹਾਂ ਦੋ ਨੇ ਤੇ ਦੋ ਕੰਗਣ ਚਾਹੀਦੇ ਨੇ। ਰਾਣੀ ਨੇ ਕਲੇਸ਼ ਪਾ ਲਿਆ ਵੀ ਦੂਸਰਾ ਕੰਗਣ ਵੀ ਇਹਦੇ ਨਾਲ ਦਾ ਚਾਹੀਦਾ, ਮੈਂ ਤਾਂ ਬਚਦੀ ਹਾਂ। ਪੰਡਤ ਜੀ ਨੂੰ ਫੇਰ ਬੁਲਾਇਆ, ਪੰਡਤ ਜੀ ਕਰੋ ਹੱਲ, ਦੂਸਰਾ ਕੰਗਣ ਵੀ ਚਾਹੀਦਾ। ਹੁਣ ਪੰਡਤ ਨੇ ਕੀਤਾ ਬੇਈਮਾਨਾ, ਤੇ ਇੱਕ ਪਾਸੇ ਪੰਡਤ ਜੀ ਨੇ ਗੰਗਾ ਜਲ ਦੇ ਛਿੱਟੇ ਮਾਰ ਕੇ ਕਸੀਰਾ ਫੜਿਆ ਸੀ ਵੀ ਕਿਤੇ ਮੈਂ ਭਿੱਟਿਆ ਨਾ ਜਾਵਾਂ। ਤੇ ਦੂਸਰੇ ਪਾਸੇ ਹੁਣ ਜਦੋਂ ਜਾਨ ਤੇ ਆ ਬਣੀ, ਉਸੇ ਰਵਿਦਾਸ ਦੇ ਜਾ ਕੇ ਪੈਰੀਂ ਹੱਥ ਲਾਉਂਦਾ ਤੇ ਗਿੜਗਿੜਾਉਂਦਾ, ਭਗਤ ਜੀ ਮੈਂ ਤੁਹਾਡੇ ਰੱਖਣ ਦਾ ਹਾਂ, ਕਿਰਪਾ ਕਰੋ, ਮੇਰੇ ਤੇ ਰਹਿਮ ਕਰੋ, ਨਹੀਂ ਮੈਨੂੰ ਰਾਜੇ ਨੇ ਕੋਹਲੂ ਸਣ ਪੀੜ ਦੇਣਾ ਤੇ ਮੈਨੂੰ ਇਸ ਤਰ੍ਹਾਂ ਦਾ ਕੰਗਣ ਹੋਰ ਗੰਗਾ ਮਾਤਾ ਤੋਂ ਦਵਾਓ। ਭਗਤ ਜੀ ਕਹਿਣ ਲੱਗੇ ਇਸ ਗੱਲ ਦਾ ਸਾਨੂੰ ਪਤਾ ਤੇ ਉਦੋਂ ਹੀ ਲੱਗ ਗਿਆ ਸੀ ਜਦੋਂ ਤੈਨੂੰ ਗੰਗਾ ਮਾਤਾ ਨੇ ਕੰਗਣ ਦਿੱਤਾ ਸੀ ਤੇ ਤੂੰ ਰਾਹ ਟਾਲ ਕੇ ਚਲਾ ਗਿਆ, ਪਰ ਅਸੀਂ ਇਹ ਲੋਭ ਲਾਲਚ ਦੇ ਵਸ ਨਹੀਂ, ਅਸੀਂ ਪ੍ਰੇਮਾ ਭਗਤੀ ਦੇ ਭੁੱਖੇ ਹਾਂ। ਤੇ ਪੰਡਤ ਜੀ ਇਸ ਜਿੱਥੇ ਭਗਤ ਜੀ ਜੋੜੇ ਗੰਢਿਆ ਕਰਦੇ ਸਨ ਨਾ, ਤੇ ਉੱਥੋਂ ਵੀ ਪੰਡਤ ਜੀ ਨੂੰ ਗੰਗਾ ਚਲਦੀ ਦਿਖਾ ਦਿੱਤੀ ਤੇ ਕਹਿਣ ਲੱਗੇ ਇਸ ਦੇ ਵਿੱਚੋਂ ਹੋਰ ਕੱਢ ਲਓ। ਪੰਡਤ ਜੀ ਨੇ ਹੱਥ ਮਾਰਿਆ ਤੇ ਕਹਿੰਦੇ ਉਸ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਕੰਗਣ ਹੀ ਕੰਗਣ ਪਏ ਸੀ, ਪਰ ਭਗਤ ਜੀ ਨੇ ਕਿਹਾ ਸੀ ਲਾਲਚ ਨਹੀਂ ਕਰਨਾ।
ਉਸੇ ਨਾਲ ਦਾ ਇੱਕ ਕੰਗਣ ਹੋਰ ਕੱਢ ਕੇ ਰਾਜੇ ਦੇ ਮਹਿਲਾਂ ਵਿੱਚ ਪਹੁੰਚਾ ਦਿੱਤਾ। ਤੇ ਰਾਜੇ ਨੇ ਪੁੱਛਿਆ, ਇਸ ਤਰ੍ਹਾਂ ਦੀ ਬਨਾਵਟ ਕੋਈ ਸੁਨਾਰਾ ਤੇ ਇਸ ਦੁਨੀਆ 'ਤੇ ਨਹੀਂ ਬਣਾਉਂਦਾ, ਤੁਸੀਂ ਕਿੱਥੋਂ ਲੈ ਆਏ ਹੋ? ਤਾਂ ਭਗਤਾਂ ਦੀ ਮਹਿਮਾ ਪਰਮਾਤਮਾ ਆਪ ਖਿਲਾਰਦਾ। ਤਾਂ ਉਸ ਬ੍ਰਾਹਮਣ ਨੇ ਦੱਸਿਆ ਵੀ ਇਸ ਤਰ੍ਹਾਂ ਕੋਈ ਰਵਿਦਾਸ ਕਰਕੇ ਚਮਿਆਰ ਹੈ, ਚੰਮ ਦਾ ਕੰਮ ਕਰਦਾ, ਜੋੜੇ ਜੁੱਤੀਆਂ ਗੰਢਦਾ, ਪਰ ਪਰਮਾਤਮਾ ਤੇ ਰਵਿਦਾਸ ਵਿੱਚ ਭੇਦ ਕੋਈ ਨਹੀਂ। ਜੋ ਕਹਿੰਦਾ ਉਹ ਹੋ ਜਾਂਦਾ। ਅਸੀਂ ਸਾਰੀ ਉਮਰ ਗੰਗਾ 'ਤੇ ਇਸ਼ਨਾਨ ਕਰਦੇ ਰਹੇ, ਉਹ ਗੰਗਾ 'ਤੇ ਇਸ਼ਨਾਨ ਵੀ ਕਰਨ ਨਹੀਂ ਗਿਆ, ਫਿਰ ਵੀ ਗੰਗਾ ਨੇ ਉਸ ਦੀ ਦਿੱਤੀ ਭੇਟਾ ਆਪ ਬਾਹਰ ਆਪਣਾ ਹੱਥ ਕੱਢ ਕੇ ਫੜੀ ਹੈ। ਭਗਤ ਜੀ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ। ਤਾਂ ਸੰਗਤ ਜੀ, ਇਸ ਤਰ੍ਹਾਂ ਉਹ ਰਾਜਾ ਵੀ ਆਪਣੀ ਰਾਣੀ ਦੇ ਸਮੇਤ ਭਗਤ ਜੀ ਦਾ ਆ ਕੇ ਸ਼ਿਸ਼ ਬਣਿਆ, ਭਾਵ ਚੇਲਾ ਬਣਿਆ। ਨਾਮ ਬਾਣੀ ਦੀ ਦਾਤ ਭਗਤ ਜੀ ਤੋਂ ਪ੍ਰਾਪਤ ਕਰਕੇ ਪ੍ਰੇਮਾ ਭਗਤੀ ਦੇ ਵਿੱਚ ਰਹੇ ਤੇ ਇਸ ਤਰ੍ਹਾਂ ਆਪਣਾ ਜੀਵਨ ਉਹਨਾਂ ਨੇ ਸਫਲਾ ਕੀਤਾ। ਸੋ ਇਸ ਪਾਸੇ ਆਪਾਂ ਜ਼ਿਆਦਾ ਨਾ ਜਾਂਦੇ ਹੋਏ ਸ਼ਬਦ ਦੀ ਵਿਚਾਰ ਕਰੀਏ। ਸਮਾਂ ਥੋੜ੍ਹਾ ਰਹਿ ਜਾਂਦਾ ਤੇ ਕਥਾ ਕਹਾਣੀਆਂ ਲੰਬੇਰੀਆਂ ਹੋ ਜਾਂਦੀਆਂ, ਮੁੱਕਦੀਆਂ ਨਹੀਂ। ਇਹ ਤੇ ਅਥਾਹ ਸਾਗਰ ਹੈ, ਜਿੰਨਾ ਗਹਿਰਾਈ ਦੇ ਵਿੱਚ ਜਾਓਗੇ ਉਤਨਾ ਹੀ ਸੰਗਤ ਜੀ ਆਨੰਦ ਆਏਗਾ। ਆਨੰਦ ਉਹਨਾਂ ਨੂੰ ਆਉਂਦਾ ਜਿਨ੍ਹਾਂ ਦੇ ਮਨ ਨੂੰ ਟਿਕਾ ਹੈ। ਜਿਨ੍ਹਾਂ ਦੇ ਮਨ ਨੂੰ ਟਿਕਾ ਹੀ ਨਹੀਂ, ਕਾਹਲਾਪਨ ਹੈ, ਆਉਣਾ ਮਗਰੋਂ ਹੈ, ਜਾਣਾ ਪਹਿਲਾਂ, ਤੇ ਹਾਜ਼ਰੀ ਵੀ ਅਰਦਾਸ ਵਿੱਚ ਲੱਗਣੀ ਚਾਹੀਦੀ ਹੈ। ਭਾਵ ਮੇਰੇ ਅਨੁਕੂਲ ਹੋਣਾ ਚਾਹੀਦਾ ਜੋ ਵੀ ਗੁਰੂ ਘਰ ਦਾ ਪ੍ਰਬੰਧ ਹੈ। ਇਸ ਤਰ੍ਹਾਂ ਦੀ ਬੇਚੈਨੀ ਸਾਡੇ ਅੰਦਰ ਬਣੀ ਰਹਿੰਦੀ ਹੈ। ਤਾਂ ਮਾਫ਼ ਕਰਿਓ, ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸੁਮੱਤ ਬਖਸ਼ਣ, ਸਾਡੇ ਮਨ ਦਾ ਟਿਕਾ ਬਣੇ, ਇਕਾਗਰਤਾ ਬਣੇ। ਅੰਗ 658 ਤੇ ਸੋਰਠ ਰਾਗ ਦੇ ਵਿੱਚ ਭਗਤ ਤੇ ਪਰਮਾਤਮਾ ਦੀ ਆਪਸੀ ਇੱਕ ਦੂਸਰੇ ਦੇ ਨਾਲ ਭੇਟ ਹੋਈ। ਪਰਮਾਤਮਾ ਭਗਤ ਜੀ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਪ੍ਰਗਟ ਹੋਇਆ। ਜਿਵੇਂ ਪਿਤਾ ਤੇ ਪੁੱਤਰ ਗੱਲਾਂ ਕਰਦੇ ਨੇ ਨਾ, ਅੱਜ ਰਵਿਦਾਸ ਤੇ ਪਰਮਾਤਮਾ ਆਪਸੀ ਗੱਲਾਂ ਕਰਦੇ ਨੇ। ਕੀ ਗੱਲਾਂ ਕਰਦੇ ਨੇ? ਜੋ ਹਮ ਵਾਂਦੇ ਮੋਹ ਫਾਸ ਹਮ, ਪ੍ਰੇਮ ਵਧਨ ਤੁਮ ਵਾਦੇ। ਹੇ ਪਰਮ ਪਿਤਾ ਪਰਮਾਤਮਾ ਜੀ, ਵਾਂਦੇ ਤੋਂ ਭਾਵ ਹੈ ਬੱਝੇ ਹੋਏ ਹਾ, ਫਾਸ ਤੋਂ ਭਾਵ ਹੁੰਦਾ ਫਾਹੀ, ਬਦਨ ਤੋਂ ਭਾਵ ਜਿਵੇਂ ਰੱਸੀ ਨਾਲ ਬੰਨ੍ਹ ਲੈਣਾ। ਭਗਤ ਜੀ ਕਹਿੰਦੇ ਨੇ, ਹੇ ਪਰਮਾਤਮਾ, ਹੇ ਮਾਧੋ, ਹੇ ਕੇਸਵ, ਜੇ ਅਸੀਂ ਮੋਹ ਦੀ ਫਾਹੀ ਵਿੱਚ ਵੱਜੇ ਹੋਏ ਸਾਂ ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ। ਅਸੀਂ ਮੋਹ ਦੀ ਰੱਸੀ ਨਾਲ ਵੱਜੇ ਹੋਏ ਸੀ। ਅਸੀਂ ਇਸ ਜਗਤ ਦੇ ਵਿੱਚ ਮੋਹ ਦੇ ਵੱਜੇ ਹੋਏ ਜੀਵਨ ਭੋਗ ਰਹੇ ਸੀ ਤੇ ਸਾਨੂੰ ਤੇਰੇ ਘਰ ਦਾ ਗਿਆਨ ਹੋਇਆ ਤੇ ਅਸੀਂ ਆਪ ਜੀ ਦੀ ਭਗਤੀ ਕੀਤੀ, ਬੰਦਗੀ ਕੀਤੀ, ਤੁਹਾਨੂੰ ਯਾਦ ਕੀਤਾ ਤੇ ਤੁਹਾਨੂੰ ਅਸੀਂ ਅੱਜ ਪ੍ਰੇਮ ਦੀ ਰੱਸੀ ਦੇ ਨਾਲ ਬੰਨ੍ਹ ਲਿਆ। ਤੂੰ ਸਾਨੂੰ ਸੰਸਾਰ ਵਿੱਚ ਭੇਜਿਆ, ਅਸੀਂ ਇਸ ਦੁਨਿਆਵੀ ਪਦਾਰਥਾਂ ਦੇ ਮੋਹ ਵਿੱਚ ਵੱਜ ਗਏ। ਇਸੇ ਤਰ੍ਹਾਂ ਹੀ ਹੁੰਦਾ ਨਾ ਜੀ, ਅਸੀਂ ਦੁਨਿਆਵੀ ਪਦਾਰਥਾਂ ਦੇ ਮੋਹ ਵਿੱਚ ਵੱਜ ਗਏ। ਧੀਆਂ ਪੁੱਤਰਾਂ ਦਾ ਮੋਹ, ਧਨ ਦੌਲਤ ਦਾ ਮੋਹ, ਹੋਰ ਬਹੁਤ ਸਾਰੇ ਮੋਹ ਨੇ ਜਿਨ੍ਹਾਂ ਦੇ ਵਿੱਚ ਅਸੀਂ ਵੱਜੇ ਹੋਏ ਹਾਂ। ਪਰਮਾਤਮਾ ਨੇ ਸਾਨੂੰ ਇਸ ਜਗਤ ਦੇ ਮੋਹ ਵਿੱਚ ਬੰਨ੍ਹ ਦਿੱਤਾ ਤੇ ਮੋਹ ਸਾਡਾ ਇੰਨਾ ਬਣ ਗਿਆ ਕਿ ਪਰਮਾਤਮਾ ਹੀ ਚੇਤੇ ਨਾ ਰਿਹਾ। ਤਾਂ ਸੰਗਤ ਜੀ, ਭਗਤ ਜੀ ਕੀ ਕਹਿੰਦੇ ਨੇ? ਤੂੰ ਤੇ ਸਾਨੂੰ ਜਗਤ ਦੇ ਵਿੱਚ ਮੋਹ ਨਾਲ ਬੰਨ੍ਹਿਆ ਸੀ, ਪਰ ਦਾਤਾਰ ਪਾਤਸ਼ਾਹ, ਅਸੀਂ ਤੇਰੀ ਪ੍ਰੇਮਾ ਭਗਤੀ ਕਰਕੇ, ਤੈਨੂੰ ਆਰਾਧ ਕੇ, ਤੈਨੂੰ ਸਿਮਰ ਕੇ
ਅਸੀਂ ਪ੍ਰੇਮ ਦੀ ਰੱਸੀ ਦੇ ਨਾਲ, ਪਿਆਰ ਦੀ ਰੱਸੀ ਦੇ ਨਾਲ ਤੈਨੂੰ ਬੰਨ੍ਹ ਲਿਆ। ਫਿਰ ਅੱਗੇ ਕੀ ਕਹਿੰਦੇ ਨੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। हे ਪਰਮ ਪਿਤਾ ਪਰਮਾਤਮਾ ਜੀ, ਦੇਖੋ ਤੁਸੀਂ ਸਾਨੂੰ ਬੰਨ੍ਹਿਆ ਸੀ, ਅਸੀਂ ਤੁਹਾਨੂੰ ਸਿਮਰ ਕੇ ਛੁੱਟ ਗਏ। ਅਸੀਂ ਤੁਹਾਨੂੰ ਬੰਨ੍ਹ ਲਿਆ ਤੇ ਹੁਣ ਤੁਸੀਂ ਕਿਹਨੂੰ ਸਿਮਰ ਕੇ ਛੁੱਟੋਗੇ? ਅਸੀਂ ਤਾਂ ਤੁਹਾਨੂੰ ਸਿਮਰਿਆ ਤੇ ਛੁੱਟ ਗਏ, ਤੁਸੀਂ ਕਿਹਨੂੰ ਸਿਮਰਨਾ ਹੈ? ਕਿਵੇਂ ਛੁੱਟੋਗੇ? ਤੁਹਾਡੇ ਉੱਪਰ ਵੀ ਕੋਈ ਹੋਰ ਹੈ ਜਿਹਨੂੰ ਤੁਸੀਂ ਸਿਮਰ ਸਕੋ? ਸਿਮਰ ਕੇ ਤੁਸੀਂ ਆਪਣੇ ਆਪ ਨੂੰ ਛੁਡਾ ਸਕੋ? ਕੋਈ ਤੁਹਾਡੇ ਤੋਂ ਵੱਡਾ ਹੈ? ਨਹੀਂ। ਤਾਂ ਕੀ ਕਹਿੰਦੇ ਨੇ, ਅਸੀਂ ਤਾਂ ਉਸ ਮੋਹ ਦੀ ਫਾਹੀ ਵਿੱਚੋਂ ਤੈਨੂੰ ਸਿਮਰ ਕੇ ਨਿਕਲ ਗਏ ਹਾਂ, ਤੂੰ ਸਾਡੇ ਪਿਆਰ ਦੇ ਜਾਕੜ ਵਿੱਚੋਂ ਕਿਵੇਂ ਨਿਕਲੇਗਾ? ਅਸੀਂ ਤੇ ਤੇਰੇ ਨਾਲ ਮੋਹ ਹੀ ਇੰਨਾ ਬਣਾ ਲਿਆ ਕਿ ਤੂੰ ਇਸ ਮੋਹ ਦੀ ਫਾਹੀ 'ਚੋਂ ਛੁੱਟ ਨਹੀਂ ਸਕਦਾ। ਭਗਤ ਦਾ ਜਿਹੜਾ ਪ੍ਰੇਮ ਹੈ ਨਾ, ਸੰਬੰਧ ਹੈ, ਸੰਗਤ ਜੀ ਪਰਮਾਤਮਾ ਤੋਂ ਨੱਕੇ ਮੜਵਾ ਦਿੰਦਾ ਹੈ, ਪਰਮਾਤਮਾ ਨੂੰ ਪੱਥਰ ਦੇ ਵਿੱਚੋਂ ਪ੍ਰਗਟ ਕਰ ਲੈਂਦਾ ਹੈ, ਪਰਮਾਤਮਾ ਨੂੰ ਬੌਲ ਬਲਦ ਦੀ ਥਾਂ ਤੇ ਜੂਏ ਜੋੜ ਲੈਂਦਾ, ਖੇਤਾਂ ਦੇ ਨੱਕੇ ਮੜਵਾ ਲੈਂਦਾ। ਇਹ ਭਗਤ ਦਾ ਪ੍ਰੇਮ ਹੈ। ਧੰਨੇ ਭਗਤ ਜੀ ਦੇ ਜੀਵਨ ਦਾ ਇਤਿਹਾਸ ਪੜ੍ਹੀਏ ਤੇ ਭਗਤ ਜੀ ਨੇ ਠਾਕੁਰ ਤੋਂ, ਪਰਮਾਤਮਾ ਤੋਂ ਆਪਣੇ ਖੇਤ ਦੇ ਘਰ ਦੇ ਕੰਮ ਕਰਵਾਏ ਨੇ, ਤੇ ਪਰਮਾਤਮਾ ਨੇ ਇਨਸਾਨੀ ਰੂਪ ਧਾਰਨ ਕਰਕੇ ਤੇ ਸਾਰੇ ਕੰਮ ਉਸ ਦੇ ਸਿਰੇ ਚੜ੍ਹਾਏ ਨੇ, ਭਾਵ ਕੰਮ ਕੀਤੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਾਂ, ਉਂਝ ਭਾਵੇਂ ਦੁਨੀਆਦਾਰੀ ਦੇ ਵਿੱਚ ਵੱਖੋ ਵੱਖਰੇ ਮਿਸ਼ਨਰੀ ਕਾਲਜ, ਵੱਖੋ ਵੱਖਰੇ ਸੰਸਥਾਵਾਂ ਬਣ ਗਈਆਂ, ਆਪੋ ਆਪਣੇ ਢੰਗ ਦੇ ਨਾਲ ਵਿਖਿਆਨ ਕਰਦੇ ਨੇ, ਇਤਿਹਾਸਾਂ ਦੇ ਵਿੱਚ ਤਬਦੀਲੀਆਂ ਕਰਦੇ ਨੇ, ਪਰ ਪੁਰਾਤਨ ਇਤਿਹਾਸ ਤੇ ਇਹੀ ਕਹਿੰਦਾ ਵੀ ਭਗਤ ਧੰਨਾ ਜੀ ਨੇ ਪਰਮਾਤਮਾ ਨੂੰ ਪੱਥਰ ਦੇ ਵਿੱਚੋਂ ਪ੍ਰਗਟ ਕੀਤਾ ਤੇ ਸ਼ਰਧਾ ਭਾਵਨਾ ਦੇ ਨਾਲ ਪਰਮਾਤਮਾ ਨੂੰ ਕਿਤੋਂ ਵੀ ਪ੍ਰਗਟ ਕੀਤਾ ਜਾ ਸਕਦਾ। ਕਿਉਂ? ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੂੰ ਸਾਰੀ ਕੁਦਰਤ ਦੇ ਵਿੱਚ ਹੀ ਵਸ ਰਿਹਾ, ਐਸੀ ਕੋਈ ਜਗ੍ਹਾ ਨਹੀਂ ਜਿੱਥੇ ਤੇਰਾ ਵਾਸਾ ਨਹੀਂ। ਹੁਣ ਕੋਈ ਕਹੇ ਵੀ ਪਰਮਾਤਮਾ ਇਹ ਥਾਂ ਦੇ ਵਿੱਚ ਵਸਦਾ ਤੇ ਇਹ ਥਾਂ ਵਿੱਚ ਨਹੀਂ ਵਸਦਾ। ਪਰਮਾਤਮਾ ਚੋਰ ਦੇ ਵਿੱਚ ਵੀ ਹੈ, ਪਰਮਾਤਮਾ ਸਾਧ ਦੇ ਵਿੱਚ ਵੀ ਹੈ। ਫਰਕ ਇਹ ਹੈ ਕਿ ਚੋਰ ਨੇ ਪਰਮਾਤਮਾ ਨੂੰ ਆਪਣੇ ਅੰਦਰ ਮਹਿਸੂਸ ਨਹੀਂ ਕੀਤਾ, ਖੋਜਿਆ ਨਹੀਂ, ਤੇ ਸਾਧ ਨੇ ਆਪਣੇ ਅੰਦਰੋਂ ਪਰਮਾਤਮਾ ਨੂੰ ਖੋਜਿਆ, ਉਹਦੀ ਖੋਜ ਕੀਤੀ ਹੈ, ਸਮਝ ਲਈ ਹੈ ਕਿ ਪਰਮਾਤਮਾ ਦੂਰ ਨਹੀਂ, ਮੇਰੇ ਆਪਣੇ ਹੀ ਅੰਦਰ ਵਸਦਾ ਹੈ। ਤੇ ਜਿਤਨੀ ਵੀ ਗੁਰਬਾਣੀ ਨੂੰ ਪੜ੍ਹਾਂਗੇ, ਸੁਣਾਂਗੇ, ਤੇ ਸਾਰੀ ਗੁਰਬਾਣੀ ਚੋਟਾਂ ਤੇ ਜ਼ਰੂਰ ਕਰਦੀ ਹੈ, ਪਰ ਸੰਗਤ ਜੀ ਚੋਟ ਸਹਾਰਾ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਜਿਹੜੇ ਸ਼ਬਦ ਦੀ ਚੋਟ ਸਹਾਰ ਕੇ ਆਪਣਾ ਜੀਵਨ ਬਦਲ ਲੈਂਦੇ ਨੇ, ਗੁਰੂ ਸਾਹਿਬ ਉਹਨਾਂ 'ਤੇ ਸਦਾ ਖੁਸ਼ ਰਹਿੰਦੇ ਨੇ, ਪਰਮਾਤਮਾ ਦੀ ਉਹ ਖੁਸ਼ੀ ਪ੍ਰਾਪਤ ਕਰ ਲੈਂਦੇ ਨੇ। ਤਾਂ ਭਗਤ ਜੀ ਕਹਿੰਦੇ ਨੇ, ਦੱਸ ਕਿਹੜੇ ਢੰਗ ਨਾਲ ਛੁੱਟੇਗਾ? ਤੂੰ ਮੈਨੂੰ ਜਗਤ ਦੇ ਮੋਹ ਵਿੱਚ ਫਸਾਇਆ ਤੇ ਮੈਂ ਤੈਨੂੰ ਸਿਮਰ ਕੇ ਜਗਤ ਦੇ ਮੋਹ ਵਿੱਚੋਂ ਛੁੱਟ ਗਿਆ, ਪਰ ਅੱਜ ਮੈਂ ਤੈਨੂੰ ਮੋਹ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ। ਰੱਬਾ ਦੱਸ ਕਿਵੇਂ ਛੁੱਟੇਗਾ? ਹੈ ਕੋਈ ਤੇਰੇ ਤੋਂ ਵੱਡਾ ਹੋਰ ਜਿਹਨੂੰ ਤੂੰ ਸਿਮਰੇ ਤੇ ਤੈਨੂੰ ਛੁਡਾ ਸਕੇ? ਇੱਕ ਸਾਧੂ ਸੰਤ ਮਹਾਤਮਾ ਧਾਰਨਾ ਗਾਇਆ ਕਰਦੇ ਸੀ ਨਾ, ਰੱਬ ਵਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ। ਰੱਬ ਵਸ ਭਗਤਾਂ ਨੇ ਕੀਤਾ,
ਪ੍ਰੇਮ ਦੀਆਂ ਪਾ ਕੇ ਡੋਰੀਆਂ। ਰੱਬ ਨੂੰ ਵਸ ਭਗਤਾਂ ਨੇ ਕੀਤਾ, ਡੋਰਾਂ ਪ੍ਰੇਮ ਦੀਆਂ। ਸੰਗਲਾਂ ਦੇ ਨਾਲ ਰੱਬ ਨਹੀਂ ਵੱਜਿਆ, ਪ੍ਰੇਮ ਦੀ ਡੋਰ ਕੱਚੇ ਤਾਗੇ ਦੇ ਨਾਲ ਵੀ ਬੰਨਿਆ ਜਿਆ ਨਹੀਂ। ਪਰਮਾਤਮਾ ਗਿਆ, ਰੁਕ ਗਿਆ ਜਿੱਥੇ ਭਗਤਾਂ ਨੇ ਰੋਕਿਆ। ਤਾਂ ਭਗਤ ਜੀ ਕੀ ਕਹਿ ਰਹੇ ਨੇ? ਮਾਧਵੇ ਜਾਨਤ ਹੋ ਜੈਸੀ ਤੈਸੀ। ਮਾਧਵੇ ਤੋਂ ਭਾਵ ਹੈ ਇਹ ਮਾਇਆ ਦੇ ਪਤੀ। ਹੇ ਮਾਧਵੇ, ਹੇ ਪਰਮਾਤਮਾ, ਭਗਤਾਂ ਦੀ ਪ੍ਰੀਤ ਤੇਰੇ ਨਾਲ ਹੈ। ਹੇ ਮਾਧੋ, ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ, ਉਹ ਤੈਥੋਂ ਲੁਕਿਆ ਨਹੀਂ, ਉਹ ਤੈਥੋਂ ਛੁਪਿਆ ਨਹੀਂ। ਤੂੰ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਕੌਣ ਤੈਨੂੰ ਅੰਦਰੋਂ ਚਾਹੁੰਦਾ ਹੈ, ਕੌਣ ਤੈਨੂੰ ਬਾਹਰੋਂ ਭਾਵ ਦਿਖਾਵੇ ਖਾਤਰ ਮੰਨਦਾ ਪੂਜਦਾ। ਤੂੰ ਤੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੂੰ ਭਲੇ ਬੁਰੇ ਦੀ ਪੀਰ, ਅੰਦਰ ਬਾਹਰ ਦੀ ਸਾਰੀ ਹੀ ਜਾਣਦਾ। ਕੋਈ ਤੈਨੂੰ ਅੰਦਰੋਂ ਵੀ ਚਾਹੁੰਦਾ ਹੈ ਤੇ ਕੋਈ ਤੈਨੂੰ ਬਾਹਰੋਂ ਕੱਲਾ ਮੱਥਾ ਟੇਕਣ ਵਾਲਾ ਵੀ ਹੈ। ਕੋਈ ਤੈਨੂੰ ਅੰਦਰ ਵਸਾਈ ਬੈਠਿਆ, ਕੋਈ ਮਤਲਬ ਦੇ ਲਈ ਵਰਤਦਾ ਤੈਨੂੰ। ਕਿਤੇ ਬਿਪਤਾ ਦੁੱਖ ਛੋਟਾ ਮੋਟਾ ਆ ਗਿਆ ਤੇ ਅੱਜ ਤੇਰੀ ਯਾਦ ਆ ਗਈ ਵੀ ਤੂੰ ਦੁੱਖ ਨੂੰ ਕੱਟ ਸਕਦਾ ਹੈ। ਦੁੱਖ ਜਾਂਦੇ ਆ ਤੇਰੀ ਯਾਦ ਵੀ ਚਲੀ ਜਾਂਦੀ ਹੈ। ਤੇ ਜੇ ਇਨਸਾਨ ਜੀਵਨ ਦੇ ਵਿੱਚ ਇਹ ਪੱਕਾ ਕਰ ਲਏ ਕਿ ਊਠਤ ਬੈਠਤ ਸੋਵਤ ਜਾਗਤ ਅਨ ਦਿਨ, ਰੋਜ਼ ਹਰ ਵੇਲੇ ਕੋਈ ਵੀ ਐਸਾ ਸਮਾਂ ਨਾ ਹੋਵੇ ਜਦੋਂ ਪਰਮਾਤਮਾ ਦੀ ਯਾਦ ਨਾ ਹੋਵੇ। ਭੋਜਨ ਛਕਣਾ ਤਾਂ ਵਾਹਿਗੁਰੂ, ਛਕ ਲਿਆ ਤਾਂ ਵਾਹਿਗੁਰੂ, ਪਕਾਉਣਾ ਤਾਂ ਵਾਹਿਗੁਰੂ, ਛਕਾਉਣਾ ਤਾਂ ਵਾਹਿਗੁਰੂ। ਭਾਵ ਹਰ ਵੇਲੇ ਉਸ ਪਰਮਾਤਮਾ ਦੀ ਮਿੱਤ ਮਰਿਆਦਾ, ਉਹਦੀ ਯਾਦ ਵਿੱਚ ਰਹਿਣਾ, ਉਹਦੇ ਡਰ ਵਿੱਚ ਰਹਿਣਾ। ਹੋਰ ਗ੍ਰਹਿ ਗ੍ਰਸਤੀਆਂ ਦੀ ਭਗਤੀ ਕੀ ਹੈ? ਅੰਮ੍ਰਿਤ ਵੇਲੇ ਜਾ ਕੇ ਉਸ ਪਰਮਾਤਮਾ ਦਾ ਧਿਆਨ ਧਰਨਾ। ਭਾਵੇਂ 5 ਮਿੰਟ ਬਹਿ ਜਾਓ ਚੌਂਕੜਾ ਮਾਰ ਕੇ, ਪਰ 5 ਮਿੰਟ ਉਹਨੂੰ ਯਾਦ ਜ਼ਰੂਰ ਕਰੋ। ਤੇ ਫਿਰ ਕੋਈ ਦਿਨ ਵਿੱਚ ਐਸਾ ਕੰਮ ਨਾ ਕਰੋ ਜੋ ਪਰਮਾਤਮਾ ਨੂੰ ਚੰਗਾ ਨਾ ਲੱਗਦਾ ਹੋਵੇ। ਕੰਮ ਐਸੇ ਕਰੋ ਜੋ ਪਰਮਾਤਮਾ ਨੂੰ ਚੰਗੇ ਲੱਗਦੇ ਹੋਣ। ਉਹ ਤਾਂ ਸਾਡੇ ਕੰਮਾਂ ਤੋਂ ਖੁਸ਼ ਹੋ ਜਾਏ, ਸਾਡੇ ਜੀਵਨ ਤੋਂ ਖੁਸ਼ ਹੋ ਜਾਏ। ਹੋਰ ਕੋਈ ਵੱਖਰਾ ਚੌਂਕੜਾ ਮਾਰ ਕੇ ਸਾਰਾ ਦਿਨ ਰਾਮ ਰਾਮ ਕਰਨ ਦੀ ਲੋੜ ਨਹੀਂ। ਲੋੜ ਹੈ ਤੇ ਆਪਣੇ ਅੰਦਰ ਪ੍ਰੇਮ ਦੀ ਬੱਤੀ ਜਗਾਉਣ ਦੀ। ਤੇ ਉਹ ਪ੍ਰੇਮ ਦੀ ਬੱਤੀ ਇੱਕ ਵਾਰ ਜਗਾ ਲਈ ਤਾਂ ਸੰਗਤ ਜੀ ਉਹ ਬੱਤੀ ਕਦੇ ਬੁਝਦੀ ਨਹੀਂ। ਪ੍ਰੇਮ ਦੀ ਬੱਤੀ ਇੱਕ ਵਾਰ ਜਗ ਗਈ ਤੇ ਉਹ ਬੱਤੀ ਬੁਝਦੀ ਨਹੀਂ। ਤੇ ਪਰਮਾਤਮਾ ਫਿਰ ਆਪਣੇ ਪਿਆਰੇ ਦੇ ਨੇੜੇ ਨੇੜੇ ਰਹਿੰਦਾ ਹੈ। ਕਹਿ ਰਵਿਦਾਸ ਹਾਥ ਪਾਉ ਨੇਰਾ, ਸਹਿਜੇ ਹੋਏ ਸੋ ਹੋਏ। ਰਵਿਦਾਸ ਜੀ ਕਹਿੰਦੇ ਹੱਥਾਂ ਪੈਰਾਂ ਤੋਂ ਨੇੜੇ ਆ ਪਰਮਾਤਮਾ, ਪਰ ਤੂੰ ਦੂਰ ਲੱਭਦਾ ਹੈ। ਜੰਗਲ ਵੇਲੇ ਪਹਾੜਾਂ ਪਰਬਤਾਂ ਦੇ ਵਿੱਚ ਲੱਭਦਾ ਹੈ। ਨਹੀਂ, ਇਹ ਤੇਰਾ ਭਰਮ ਹੈ, ਭੁਲੇਖਾ ਹੈ। ਬੋਲੇ ਨੇ ਕਿਹਾ ਨਾ, ਬੋਲਿਆ ਰੱਬ ਤੇ ਤੈਥੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਤੂੰ ਦੁਨੀਆ ਦੇ ਰੰਗ ਤਮਾਸ਼ੇ, ਦੁਨੀਆ ਦੇ ਘਾਟਵਾਦ, ਦੁਨੀਆ ਦੇ ਔਗਣ, ਇਹ ਸਭ ਕੁਝ ਵੇਖਦਾ ਹੈ। ਦੂਸਰਿਆਂ ਦੇ ਗੁਣ ਵੇਖੇ ਤੇ ਗੁਣਵਾਨ ਬਣ ਜਾਏਗਾ। ਜੇ ਔਗਣ ਵੇਖਦਾ ਰਿਹਾ ਤੇ ਸ਼ੈਤਾਨ ਬਣ ਜਾਏਗਾ। ਹੁਣ ਤੇਰੇ ਹੱਥ ਹੈ, ਤੂੰ ਸ਼ੈਤਾਨ ਬਣਨਾ ਜਾਂ ਭਗਵਾਨ ਬਣਨਾ। ਤੇ ਹੁਣ ਇੱਥੇ ਸਵਾਲ ਇਹ ਉੱਠੇਗਾ ਵੀ ਬੰਦਾ ਭਗਵਾਨ ਕਿਵੇਂ ਬਣੇਗਾ? ਜਿਹਦੇ ਵਿੱਚ ਗੁਣ ਨੇ, ਆਪਾਂ ਅਕਸ਼ਰ ਕਹਿੰਦੇ ਆ ਨਾ ਵੀ ਫਲਾਣਾ ਤੇ ਰੱਬ ਦਾ ਰੂਪ ਹੈ, ਫਲਾਣਾ ਤੇ ਬ੍ਰਹਮ ਗਿਆਨੀ ਹੋ ਗਿਆ। ਜਿਵੇਂ ਭਗਤ ਰਵਿਦਾਸ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ, ਇੱਕੋ ਹੀ ਗੱਲ ਹੈ ਰਵਿਦਾਸ ਦੀ ਤੇ ਪਰਮਾਤਮਾ ਦੀ। ਇੱਕੋ ਹੀ ਗੱਲ ਹੈ ਕਬੀਰ ਦੀ ਤੇ ਪਰਮਾਤਮਾ ਦੀ। ਇੱਕੋ ਹੀ ਗੱਲ ਹੈ ਨਾਮਦੇਵ ਤੇ ਪਰਮਾਤਮਾ ਦੀ। ਜਿਨ੍ਹਾਂ ਨੇ ਗੁਣ ਜੀਵਨ ਵਿੱਚ ਕਮਾ ਲਏ, ਉਹਨਾਂ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਗੁਰਬਾਣੀ ਨੇ ਗਵਾਹੀ ਭਰੀ, ਨਾਮੈ ਨਾਰਾਇਣ ਨਾਹੀ ਭੇਦ। ਗੁਰਬਾਣੀ ਨੇ ਗਵਾਹੀ ਭਰੀ,
ਰਾਮ ਕਬੀਰਾ ਏਕ ਭਏ ਹੈ, ਕੋਇ ਨਾ ਸਕੈ ਪਛਾਨੀ। ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਦੋਨੋਂ ਇੱਕਮ-ਇੱਕ ਨੇ। ਇਸ ਕਰਕੇ ਮਾਧਵੇ ਜਾਣਤ ਹਹੋ ਜੈਸੀ ਤੈਸੀ। ਹੇ ਮਾਇਆਪਤੀ ਪਰਮਾਤਮਾ, ਤੂੰ ਜਾਣਦਾ ਤੇਰੇ ਨਾਲ ਤੇਰੇ ਭਗਤਾਂ ਦੀ ਪ੍ਰੀਤ ਕਿਹੋ ਜਿਹੀ ਹੈ। ਤਾਂ ਅੱਗੇ ਕੀ ਕਹਿੰਦੇ ਨੇ, ਅਬ ਕਹਾ ਕਰੋਗੇ ਐਸੀ। ਹੇ ਪਰਮ ਪਿਤਾ ਪਰਮਾਤਮਾ ਜੀ, ਅਜਿਹੀ ਪ੍ਰੀਤ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਤੋਂ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ। ਤੇਰੇ ਨਾਲ ਜੇ ਉਹਨਾਂ ਨੇ ਚੰਗੀ ਪ੍ਰੀਤ ਬਣਾਈ ਹੋਈ ਹੈ ਤਾਂ ਤੂੰ ਉਹਨਾਂ ਨੂੰ ਦੁਨਿਆਵੀ ਮੋਹ ਫਾਸ ਤੋਂ ਬਚਾ ਕੇ ਰੱਖਦਾ। ਰਹਾਓ ਦਾ ਵਿਸਰਾਮ ਦੇ। ਭਗਤ ਜੀ ਫਿਰ ਉਦਾਹਰਣ ਦਿੰਦੇ ਨੇ। ਉਦਾਹਰਣ ਬੜਾ ਪਿਆਰਾ ਸਮਝਣ ਵਾਲਾ। ਜਿਨ੍ਹਾਂ ਨੂੰ ਇਹ ਉਦਾਹਰਣ ਦੀ ਸਮਝ ਆ ਗਈ ਉਹ ਕਦੇ ਪਰਮਾਤਮਾ ਤੋਂ ਆਪਣਾ ਵਿਸ਼ਵਾਸ ਨਹੀਂ ਹਟਾਉਂਦੇ, ਆਪਣਾ ਵਿਸ਼ਵਾਸ ਪਰਮਾਤਮਾ 'ਤੇ ਬਣਾ ਕੇ ਰੱਖਣਗੇ। ਤਾਂ ਅਗਲਾ ਉਦਾਹਰਣ ਪੰਗਤੀ ਦੇ ਰਾਹੀਂ ਕੀ ਸਮਝਾਇਆ, ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹਵਾਨੀ। ਇਹ ਪਰਮਾਤਮਾ ਮੇਰੀ ਤੇ ਤੇਰੇ ਨਾਲ ਪ੍ਰੀਤ ਇਸ ਤਰ੍ਹਾਂ ਦੀ ਬਣੀ ਹੈ ਜਿਵੇਂ ਮੱਛੀ ਤੇ ਪਾਣੀ ਦੀ ਹੈ। ਮੱਛੀ ਪਾਣੀ ਦੇ ਵਿੱਚ ਬੜੀ ਖੁਸ਼ ਹੈ, ਬੜੀਆਂ ਤਾਰੀਆਂ ਲਾਉਂਦੀ ਹੈ, ਬੜੀ ਸਪੀਡ ਹੈ, ਬੜੀ ਖੁਸ਼ ਹੈ, ਬੜਾ ਭੱਜਦੀ ਹੈ, ਤੇ ਪਾਣੀ ਤੋਂ ਬਾਹਰ ਮੱਛੀ ਮਰ ਜਾਂਦੀ ਹੈ, ਜੀਵਨ ਨਹੀਂ, ਤੜਫਦੀ ਹੈ। ਹੁਣ ਕਿਸੇ ਫੰਦਕ ਨੇ ਮੱਛੀ ਨੂੰ ਪਕੜ ਲਿਆ, ਪਾਣੀ ਤੋਂ ਵੱਖਰੀ ਹੋ ਗਈ, ਜਾਨ ਗਵਾ ਦਿੱਤੀ। ਫਿਰ ਕੀ ਹੋਇਆ, ਮੀਨ ਪਾਕਰ ਫਾਂਕਿਓ, ਉਹਨੂੰ ਛਿੱਲ ਲਿਆ, ਅਰ ਕਾਟਿਓ, ਫਿਰ ਉਹਨੂੰ ਕੱਟ ਲਿਆ, ਛੋਟੀ ਛੋਟੀ ਕਰ ਲਿਆ। ਫਿਰ ਉਹਨੂੰ ਰਾਂਦ ਰਿੰਨ ਲਿਆ ਵੰਨ ਸੁਵੰਨੇ ਢੰਗ ਦੇ ਨਾਲ, ਕੋਈ ਸੁੱਕੀ ਬਣਾਏ, ਕੋਈ ਕਿਸੇ ਢੰਗ ਨਾਲ ਬਣਾਏ, ਉਹਦੇ ਕੰਡੇ ਵੱਖਰੇ ਕਰ ਦਿੱਤੇ ਤੇ ਮੱਛੀ ਨੂੰ ਵੱਖਰਾ ਕਰ ਲਿਆ। ਰਾਂਦ ਕੀਓ ਬਹੁਵਾਨੀ, ਵੰਨ ਸੁਵੰਨੇ ਢੰਗਾਂ ਦੇ ਨਾਲ ਉਸ ਮੱਛੀ ਨੂੰ ਤਿਆਰ ਕਰ ਲਿਆ, ਖਾਣ ਵਾਲੇ ਨੇ ਖਾਣ ਯੋਗ ਬਣਾ ਲਿਆ। ਫਿਰ ਕੀ ਕਹਿੰਦੇ ਨੇ, ਖੰਡ ਖੰਡ ਕਰ ਭੋਜਨ ਕੀਨੋ। ਹੁਣ ਖਾਣ ਵਾਲੇ ਨੇ ਫਿਰ ਉਹਨੂੰ ਬੜੀ ਬਰੀਕੀ ਦੇ ਨਾਲ ਚਿੱਥ ਚਿੱਥ ਕੇ ਚੱਬਿਆ, ਕੰਡਿਆਂ ਦਾ ਬਚਾਅ ਕਰ ਕਰਕੇ ਉਸ ਮੱਛੀ ਨੂੰ ਚੱਬ ਚੱਬ ਕੇ ਖਾਧਾ, ਬਿਲਕੁਲ ਬਰੀਕ ਕਰਕੇ ਖਾਧਾ। ਖਾਣ ਵਾਲੇ ਨੇ ਆਪਣੇ ਭੋਜਨ ਦੇ ਵਿੱਚ ਉਹਨੂੰ ਪਰੋਸ ਲਿਆ ਤੇ ਖਾਂਦਾ ਰਿਹਾ। ਖੰਡ ਖੰਡ ਕਰ ਭੋਜਨ ਕੀਨੋ, ਖਾ ਲਿਆ। ਹੁਣ ਮੱਛੀ ਪਾਣੀ ਤੋਂ ਛੁੱਟੀ, ਤੜਫ ਕੇ ਮੌਤ ਹੋਈ। ਬਣਾਉਣ ਵਾਲੇ ਨੇ ਰਤਾ ਤਰਸ ਨਾ ਕੀਤਾ, ਉਸ ਮੱਛੀ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰ ਲਿਆ, ਖੁਰਾਕ ਬਣਾ ਲਿਆ। ਪਰ ਮੱਛੀ ਦੀ ਪ੍ਰੀਤ ਫੇਰ ਵੀ ਪਾਣੀ ਦੇ ਨਾਲ ਹੀ ਹੈ। ਪਾਣੀ ਤੋਂ ਮੱਛੀ ਨੇ ਫੇਰ ਵੀ ਵਿਛੋੜਾ ਨਹੀਂ ਰੱਖਿਆ। ਤਾਂ ਸੰਗਤ ਜੀ ਕੀ ਕਹਿੰਦੇ ਨੇ, ਕਹਿੰਦੇ ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਵਿਸਰਿਓ ਪਾਣੀ। ਹੁਣ ਜਿਹੜੇ ਬੰਦੇ ਨੇ ਭੋਜਨ ਦੇ ਵਿੱਚ ਮੱਛਲੀ ਨੂੰ ਖਾਧਾ ਸੀ, ਉਸ ਬੰਦੇ ਨੂੰ ਸਿਆਲ ਦੇ ਦਿਨਾਂ ਵਿੱਚ ਵੀ ਰਾਤ ਨੂੰ ਪਿਆਸ ਲੱਗਦੀ ਹੈ, ਕਿਉਂ? ਉਸਨੇ ਮੱਛਲੀ ਨੂੰ ਖਾਧਾ। ਮੱਛਲੀ ਦੀ ਤਾਸੀਰ ਹੈ ਜਿਹੜੀ ਇਤਨੀ ਗਰਮ ਹੈ ਕਿ ਉਸਨੇ ਸਿਆਲ ਦੇ ਦਿਨਾਂ ਵਿੱਚ ਵੀ ਖਾਣ ਵਾਲੇ ਨੂੰ ਪਸੀਨਾ ਲਿਆ ਦਿੱਤਾ ਤੇ ਰਾਤ ਨੂੰ ਠੰਡਾ ਪਾਣੀ ਉੱਠ ਕੇ ਪੀਂਦਾ। ਆਖੋ ਸਤਨਾਮ ਸ੍ਰੀ। ਰਾਤ ਨੂੰ ਵੀ ਉੱਠ ਕੇ ਕਈ ਵਾਰ ਪਾਣੀ ਪੀਂਦਾ, ਉਹ ਵੀ ਬਿਲਕੁਲ ਠੰਡਾ। ਕਿਉਂ? ਮੱਛੀ ਨੇ ਕਿਸੇ ਦਾ ਭੋਜਨ ਬਣ ਕੇ, ਕਿਸੇ ਦੀ ਖੁਰਾਕ ਬਣ ਕੇ ਵੀ ਪਾਣੀ ਦੇ ਨਾਲੋਂ ਤਿਆਗ ਨਹੀਂ ਹੋਇਆ। ਫਿਰ ਵੀ ਮੱਛੀ ਪਾਣੀ ਮੰਗ ਰਹੀ ਹੈ ਕਿਸੇ ਦਾ ਭੋਜਨ ਬਣ ਕੇ। ਵੱਢੀ ਟੁੱਕੀ ਗਈ, ਰਿੰਨੀ ਗਈ, ਬਣਾਈ ਗਈ ਵੰਨ ਸੁਵੰਨੇ ਢੰਗ ਦੇ ਨਾਲ, ਪਰ ਖਾਣ ਵਾਲਾ ਸਿਆਲ ਦੀਆਂ ਰਾਤਾਂ ਵਿੱਚ ਵੀ ਕਈ ਵਾਰ ਉੱਠ ਕੇ ਪਾਣੀ ਪੀਂਦਾ ਹੈ। ਪਿਆਸ ਲੱਗਦੀ ਹੈ, ਕਿਉਂ? ਤਾਸੀਰ ਹੀ ਇੰਨੀ ਗਰਮ ਹੈ ਤੇ ਮੱਛੀ ਉਸ ਨੂੰ ਪਾਣੀ ਪੀਣ ਤੇ ਅੰਦਰ ਦੀ ਗਰਮਾਇਸ਼ ਹੈ ਜਿਹੜੀ ਮਜਬੂਰ ਕਰਦੀ ਹੈ। ਬਹੁਤ ਪਾਣੀ ਪੀਣਾ ਪਿਆ। ਇਸ ਤਰ੍ਹਾਂ ਹੈ ਪ੍ਰਮਾਤਮਾ, ਮੇਰੀ ਤੇਰੇ ਨਾਲ ਪ੍ਰੀਤ ਹੈ, ਕੋਈ ਮੇਰੇ ਟੁਕੜੇ ਟੁਕੜੇ ਕਰ ਦੇਵੇ,
ਮੈਨੂੰ ਕੋਈ ਛੋਟਾ ਛੋਟਾ ਕਰ ਦੇਵੇ, ਪਰ ਫਿਰ ਵੀ ਮੇਰੇ ਹਰ ਪੋਟੇ ਹਰ ਟੁਕੜੇ ਦੇ ਵਿੱਚੋਂ ਤੇਰਾ ਨਾਮ ਹੀ ਆਏਗਾ। ਆਖੋ ਸਤਨਾਮ ਸ੍ਰੀ। ਮੈਨੂੰ ਸਮਝ ਆ ਗਈ ਇਹ ਜੀਵਨ ਮਿਲਿਆ ਹੀ ਮੁਕਤੀ ਵਾਸਤੇ ਹੈ, ਮਨੁੱਖਾ ਦੇਹੀ ਮਿਲੀ ਹੀ ਸੰਸਾਰ ਦੇ ਝਗੜੇ ਵਖੇੜੇ ਝਮੇਲਿਆਂ ਤੋਂ ਛੁੱਟਣ ਵਾਸਤੇ ਹੈ। ਪਰ ਬੰਦਾ ਆਪਣੇ ਆਪ ਨੂੰ ਹੋਰ ਜੰਜਾਲਾਂ ਦੇ ਵਿੱਚ ਬੰਧਾਉਂਦਾ ਜਾ ਰਿਹਾ ਹੈ। ਹੁਣ ਗੱਲ ਇਹ ਨਹੀਂ ਵੀ ਆਪਾਂ ਜ਼ਿੰਮੇਦਾਰੀਆਂ ਨਹੀਂ ਨਿਭਾਉਣੀਆਂ, ਗੱਲ ਇਹ ਨਹੀਂ ਵੀ ਅਸੀਂ ਆਪਣੀ ਕਿਰਤ ਨਹੀਂ ਕਰਨੀ, ਗੱਲ ਇਹ ਨਹੀਂ ਕਿ ਅਸੀਂ ਟਿਕ ਕੇ ਬਹਿ ਜਾਣਾ, ਆਪਣੇ ਧੰਦੇ ਕੰਮ ਨਹੀਂ ਕਰਨੇ। ਕਰਨਾ ਸੰਸਾਰ ਵਿੱਚ ਸਭ ਕੁਝ ਹੈ, ਆਪਣੇ ਬੱਚਿਆਂ ਨੂੰ ਪਾਲਣਾ ਹੈ, ਕਿਰਤ ਕਰਨੀ ਹੈ, ਨਾਮ ਜਪਣਾ, ਵੰਡ ਛਕਣਾ ਹੈ, ਪਰ ਸੰਗਤ ਜੀ ਨਾਲ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਹੈ, ਉਹਦਾ ਧਿਆਨ ਧਰਨਾ ਹੈ, ਉਹਨੂੰ ਆਪਣੇ ਜਿਹਨ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਹੈ, ਉਹਨੂੰ ਨਹੀਂ ਵਿਸਾਰਨਾ। ਆਪਾਂ ਰੋਜ਼ ਪੜ੍ਹਦੇ ਆ ਨਾ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆ, ਸਭ ਜੋ ਵੀ ਸੰਸਾਰ ਵਿੱਚ ਵੇਖਦੇ ਆ ਅਸੀਂ, ਭਾਵੇਂ ਉਹ ਕਿਸੇ ਜੂਨੇ ਹੈ, ਸਭ ਦਾ ਮਾਲਕ ਉਹ ਇੱਕ ਪਰਮਾਤਮਾ ਹੀ ਹੈ। ਕਿਉਂ? ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਕੋਈ ਕਿਸੇ ਨੂੰ ਉਲਾਂਭਾ ਨਾ ਦੇਵੇ। ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ। ਦਾਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਕਿਸੇ ਹੋਰ ਨੂੰ ਦੋਸ਼ ਨਾ ਦੇਈ। ਤਾਂ ਭਗਤ ਜੀ ਫਿਰ ਅੱਗੇ ਕੀ ਸਮਝਾ ਰਹੇ ਨੇ? ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। हे ਪਰਮ ਪਿਤਾ ਪਰਮਾਤਮਾ, ਤੂੰ ਕਿਸੇ ਦੇ ਬਾਪ ਦੀ ਨਿੱਜੀ ਜਾਗੀਰ ਨਹੀਂ। ਕੋਈ ਬ੍ਰਾਹਮਣ ਕਹੇ ਵੀ ਮੈਂ ਉੱਚੀ ਕੁਲ ਦਾ ਹਾਂ, ਠਾਕੁਰ ਸਾਡਾ, ਪਰਮਾਤਮਾ ਸਾਡਾ, ਨਹੀਂ। ਤੂੰ ਕਿਸੇ ਦੇ ਵੀ ਬਾਪ ਦੀ ਜਾਗੀਰ ਨਹੀਂ। ਆਪਨ ਬਾਪੈ ਨਾਹੀ ਕਿਸੈ ਕੋ, ਭਾਵਨ ਕੋ ਹਰ ਰਾਜਾ। ਜੋ ਭਾਵਨਾ ਰੱਖਣ ਵਾਲੇ ਨੇ, ਸ਼ਰਧਾ ਰੱਖਣ ਵਾਲੇ ਨੇ, ਤੂੰ ਉਹਨਾਂ ਦਾ ਹੈ। ਉਹ ਚਾਹੇ ਕਿਸੇ ਵੀ ਕੁੱਲ, ਕਿਸੇ ਵੀ ਜਾਤ, ਕਿਸੇ ਵੀ ਧਰਮ ਦੇ ਵਿੱਚ ਹੋਣ, ਜਿਹਨੇ ਤੈਨੂੰ ਸਿਮਰਿਆ ਤੂੰ ਉਸੇ ਦਾ ਹੋਇਆ। ਜਿਨ੍ਹਾਂ ਨੇ ਤੇਰੇ ਨਾਂ 'ਤੇ ਧੰਦਾ ਚਲਾਇਆ ਹੋਇਆ, ਦਾਤਾ ਖਮਿਆਜੇ ਉਹਨਾਂ ਨੂੰ ਭੁਗਤਣੇ ਪੈਣੇ ਹੈ। ਤੂੰ ਭਾਵਨਾ ਵਾਲਿਆਂ ਦਾ, ਤੂੰ ਸ਼ਰਧਾ ਵਾਲਿਆਂ ਦਾ। ਉਹ ਸ਼ਰਧਾ ਧੰਨੇ ਦੇ ਵਿੱਚ ਵੀ ਆਈ, ਉਹ ਸ਼ਰਧਾ ਸਦਨੇ ਕਸਾਈ ਦੇ ਵਿੱਚ ਵੀ ਆਈ, ਉਹ ਸ਼ਰਧਾ ਸੈਨ ਨਾਈ ਦੇ ਵਿੱਚ ਵੀ ਆਈ, ਉਹ ਸ਼ਰਧਾ ਪੀਪੇ ਭਗਤ ਦੇ ਵਿੱਚ ਵੀ ਆਈ। ਜਿਨ੍ਹਾਂ ਦੇ ਵਿੱਚ ਸ਼ਰਧਾ ਆਈ ਉਹਨਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੋਇਆ। ਤੇ ਅਸੀਂ ਦੋਨੋਂ ਹੱਥ ਜੋੜ ਕੇ ਮੱਥਾ ਟੇਕਦੇ ਹਾਂ, ਸਿਜਦਾ ਕਰਦੇ ਹਾਂ। ਤਾਂ ਸੰਗਤ ਜੀ, ਭਗਤ ਜੀ ਕਹਿੰਦੇ ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਤੂੰ ਤੇ ਭਾਵਨਾ ਵਾਲਿਆਂ ਦਾ, ਤੂੰ ਤਾਂ ਸ਼ਰਧਾ ਵਾਲਿਆਂ ਦਾ। ਮੋਹੇ ਪਟਲ ਸਭ ਜਗਤ ਬਿਆਪਿਓ, ਭਗਤ ਨਹੀਂ ਸੰਤਾਪਾ। ਭਗਤ ਜੀ ਕਹਿੰਦੇ ਨੇ ਇਸ ਪ੍ਰੇਮ ਤੋਂ ਵਾਂਝਿਆ ਹੋਇਆ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਪਿਆ, ਪਰ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ। ਸੰਸਾਰਿਕ ਮੋਹ ਉਹਨਾਂ ਨੂੰ ਪਰਮਾਤਮਾ ਨਾਲੋਂ ਨਹੀਂ ਤੋੜਦਾ। ਹੁਣ ਭਗਤ ਆਪਣੇ ਘਰ ਗ੍ਰਹਿ ਦੇ ਵਿੱਚ, ਘਰ ਗ੍ਰਸਤੀ ਦੇ ਵਿੱਚ ਹੀ ਰਹੇ ਨੇ ਨਾ। ਰਵਿਦਾਸ ਜੀ ਦਾ ਵਿਆਹ ਹੋਇਆ, ਬੱਚੇ ਹੋਏ। ਨਾਮਦੇਵ ਜੀ ਦਾ ਵਿਆਹ ਹੋਇਆ, ਕਬੀਰ ਜੀ ਦਾ ਵਿਆਹ ਹੋਇਆ। ਨਾਲ ਆਪਣੇ ਪਰਿਵਾਰ ਨੂੰ ਵੀ ਪਾਲਿਆ, ਆਪਣੇ ਬੱਚਿਆਂ ਨੂੰ ਵੀ ਪਾਲਿਆ, ਤੇ ਪਰਮਾਤਮਾ ਦੀ ਭਗਤੀ ਬੰਦਗੀ ਵੀ ਕੀਤੀ ਹੈ। ਇੱਥੇ ਕਿਸੇ ਨੂੰ ਕਹੀਏ ਵੀ 10 ਮਿੰਟ ਵਾਹਿਗੁਰੂ ਵਾਹਿਗੁਰੂ ਕਰਨ ਦਾ ਜੋ ਆਪਾਂ ਨੇਮ ਬਣਾ ਲਈਏ, ਸਮਾਂ ਬਣਾ ਲਈਏ, ਅੱਗੋਂ ਜਵਾਬ ਪਤਾ ਕੀ ਹੁੰਦਾ? ਕੰਮ ਹੀ ਵਾਲੇ ਕਰਨੇ ਹੁੰਦੇ ਨੇ ਜੀ, ਕਿਹੜਾ ਬਸ ਇੱਥੇ ਵੀ ਭੱਜੇ ਭੱਜੇ ਆਉਨੇ ਆ, ਮਸਾਂ ਟਾਈਮ ਨਿਕਲਦਾ ਇੱਥੇ ਆਉਣ ਦਾ। ਬਸ ਉਹ ਵੀ ਫਿਰ ਇੱਥੇ ਤੁਸੀਂ ਟਾਈਮ ਲਵਾ ਦਿੰਦੇ ਹੋਗੇ, ਮਾੜਾ ਜਿਹਾ ਛੇਤੀ ਕਰਿਆ ਕਰੋ। 24 ਘੰਟਿਆਂ ਵਿੱਚੋਂ 24 ਮਿੰਟ ਗੁਰੂ ਦੀ ਗੋਦ ਵਿੱਚ ਬਹਿਣਾ ਵੀ ਅਚਵੀ ਦੇ ਨਾਲ, ਕਾਹਲੀ ਦੇ ਨਾਲ, ਇੱਥੇ ਵੀ ਆ ਕੇ ਟਿਕਾ ਨਹੀਂ।
ਜਿੱਥੋਂ ਸ਼ਾਂਤੀ ਦੁਨੀਆ ਮੰਗਣ ਵਾਸਤੇ ਆਉਂਦੀ ਹੈ। ਪ੍ਰਮਾਤਮਾ ਮਨ ਸ਼ਾਂਤ ਹੋ ਜਾਏ, ਵਿਸ਼ੇ ਵਿਕਾਰਾਂ ਵਾਲੇ ਪਾਸਿਓਂ ਮਨ ਮੁੜ ਜਾਏ, 24 ਘੰਟਿਆਂ ਵਿੱਚੋਂ 24 ਮਿੰਟ ਤੇਰੀ ਹਜ਼ੂਰੀ ਵਿੱਚ ਬੀਤ ਜਾਣ ਤੇ ਜੀਵਨ ਸਫਲ ਹੋ ਜਾਏ। ਤਾਂ ਭਗਤ ਜੀ ਅੱਗੇ ਕੀ ਕਹਿ ਰਹੇ ਨੇ? ਕਹਿ ਰਵਿਦਾਸ ਭਗਤ ਇੱਕ ਵਾਢੀ, ਅਬ ਇਹ ਕਾਸਿਓ ਕਹੀਐ। ਭਗਤ ਜੀ ਕਹਿੰਦੇ ਨੇ, ਹੇ ਪਰਮਾਤਮਾ, ਮੈਂ ਇੱਕ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇਤਨੀ ਦ੍ਰਿੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਨਹੀਂ ਰਹਿ ਗਈ। ਗਿਲਾ ਕਿਹੜਾ? ਜਾ ਕਾਰਨ ਹਮ ਤੁਮਿਆਰਾ ਦੇ, ਸੋ ਦੁੱਖ ਅਜਹੂ ਸਹੀਐ। ਹੇ ਪਰਮ ਪਿਤਾ ਪਰਮਾਤਮਾ ਜੀ, ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ। ਭਾਵ ਉਸ ਮੋਹ ਦਾ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਵੀ ਨਹੀਂ ਰਹਿ ਗਿਆ। ਜਿੰਨਾ ਚਿਰ ਮੈਂ ਆਪ ਜੀ ਦੀ ਭਗਤੀ ਤੋਂ ਹੀਣਾ ਸੀ, ਉਹਨਾਂ ਚਿਰ ਮੈਨੂੰ ਇਹ ਜਗਤ ਦਾ ਮੋਹ ਸਤਾਉਂਦਾ ਰਿਹਾ। ਪਰ ਜਿਸ ਦਿਨ ਮੈਂ ਆਪ ਜੀ ਦੀ ਪ੍ਰੇਮਾ ਭਗਤੀ ਦੇ ਵਿੱਚ ਜੁੜ ਗਿਆ, ਆਪ ਜੀ ਦਾ ਨਾਮ ਮੇਰੇ ਜੀਵਨ ਵਿੱਚ ਆ ਗਿਆ, ਉਸ ਦਿਨ ਤੋਂ ਫਿਰ ਮੈਂ ਜਗਤ ਦੇ ਵਿੱਚ ਰਹਿੰਦਾ ਹੋਇਆ ਜਗਤ ਤੋਂ ਨਿਰਮੋਹ ਹੋ ਗਿਆ। ਆਖੋ ਸਤਨਾਮ ਸ੍ਰੀ। ਜਿਵੇਂ ਥੋੜ੍ਹਾ ਜਿਹਾ ਖੱਟਾ 4 ਕਿਲੋ 5 ਕਿਲੋ ਦੁੱਧ ਦੇ ਵਿੱਚ ਪਾ ਦਈਏ ਤੇ ਜਵਾ ਕੇ ਦੁੱਧ ਨੂੰ ਦਹੀਂ ਬਣਾ ਦਿੰਦਾ ਨਾ, ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਪਿਆ ਹੋਇਆ, ਸਿਮਰਨ ਕੀਤਾ ਹੋਇਆ ਵਾਹਿਗੁਰੂ ਵਾਹਿਗੁਰੂ ਦਾ ਨਾਮ ਸੰਗਤ ਜੀ ਸਾਰੇ ਜੀਵਨ ਦੇ ਪਾਪ ਕੱਟ ਦਿੰਦਾ ਹੈ। ਤੇ ਪਾਪਾਂ ਤੋਂ ਵਿਕਾਰਾਂ ਤੋਂ ਛੁੱਟ ਜਾਈਏ ਤਾਂ ਇਹ ਥਾਂ ਬਣਾਏ ਨੇ ਅਸੀਂ, ਇੱਥੇ ਬੈਠ ਕੇ ਪਰਮਾਤਮਾ ਨੂੰ ਚੇਤੇ ਕਰੀਏ। ਇਕਾਗਰਤਾ ਦੇ ਵਿੱਚ 2 ਮਿੰਟ 4 ਮਿੰਟ ਜਪੀਏ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ, ਸਤਨਾਮ ਸ੍ਰੀ। ਇਸ ਤਰ੍ਹਾਂ ਮਨ ਦੀ ਸ਼ਾਂਤੀ ਬਣੇ ਤੇ ਟਿਕਾ ਆਵੇ ਤੇ ਅਸੀਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੀਏ, ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰੀਏ, ਬਾਣੇ ਬਾਣੀ ਦੇ ਧਾਰਨੀ ਬਣੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿਚਾਰਦੇ ਹਾਂ, ਜਾਣੇ ਅਣਜਾਣੇ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਹੋ ਜਾਂਦੀਆਂ। ਸੰਗਤ ਅਤੇ ਗੁਰੂ, ਗੁਰੂ ਅਤੇ ਸੰਗਤ ਬਖਸ਼ਣਯੋਗ ਗੁਰੂ ਚਰਨਾਂ ਵਿੱਚ ਅਰਦਾਸ ਕਰਿਓ, ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਸਾਰਿਆਂ ਦਾ ਪੜ੍ਹਿਆ ਸੁਣਿਆ ਗੁਰੂ ਸਾਹਿਬ ਥਾਏ ਪਾਉਣ ਤੇ ਸਾਡੀ ਰੂਹ ਦਾ, ਸਾਡੇ ਪਰਿਵਾਰਾਂ ਦਾ ਭਲਾ ਹੋਵੇ ਤੇ ਸਾਡਾ ਗੁਰੂ ਕੀ ਗੋਦ ਵਿੱਚ ਬੀਤਿਆ ਸਮਾਂ ਸਫਲਾ ਹੋਵੇ। ਸੰਗਤ ਜੀ ਆਓ ਆਨੰਦ ਸਾਹਿਬ ਦੇ ਜਾਪ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤ